कि सुखबीर बादल जी ये अपना बयान सामभ के दिओ, सोच समझ के दिओ। जे असी इशारा करता तो तुहाडा पिंडां 'च बनना बंद हो जू। ਤੇ ਇਹ ਪਾਣੀ 'ਚ ਡੁੱਬ ਜਾਣਾ ਸਰਕਾਰ ਨੇ। ਆਹ ਜਿਹੜਾ ਦਰਿਆ ਅੱਜ ਤੁਸੀਂ ਦੇਖ ਰਹੇ ਹੋ, ਅੱਜ ਜਿਹੜੇ ਖਿਡਾਰੀ ਸੀ ਉਹਨੇ ਮੈਡਲ ਵਾਪਸ ਕਰ ਦਿੱਤੇ ਤੇ ਕੀ ਇਹ ਥੋੜੇ ਦਿਨ ਆਪਣੀਆਂ ਰੈਲੀਆਂ ਨਹੀਂ ਕੈਂਸਲ ਕਰ ਸਕਦੇ? ਕਹਿਣ ਦਾ ਭਾਵ ਇਹਨਾਂ ਨੂੰ ਪੰਜਾਬ ਨਾਲ ਹਿੱਤ ਹੀ ਕੋਈ ਨਹੀਂ ਹੈ। ਮੈਂ ਇਹ ਤੁਹਾਡੇ ਮੀਡੀਆ ਸਾਹਮਣੇ ਕਹਿ ਸਕਦਾ ਵੀ ਜੇ ਉਹ ਨਾਥ ਦਾ ਬਿਆਨ ਨਾ ਹੁੰਦਾ ਐਸਕੇਐਮ ਨੇ ਇਹ ਫੈਸਲਾ ਨਹੀਂ ਕਰਨਾ ਵੀ ਸਾਰੀ ਲੀਡਰਸ਼ਿਪ ਪਹੁੰਚੋ ਭਾਈ। ਔਰ ਜਿਹੜੇ ਅੰਧ ਭਗਤ ਆ ਉਹ ਬਿਆਨ ਕਰਨ ਲੱਗ ਪਏ ਅੰਦੋਲਨ ਕਿੱਥੇ ਹੈ। ਉਹ ਅੱਖਾਂ ਗਾੜ ਕੇ ਵੇਖਣ ਪਹਿਲਾਂ ਮੁਜ਼ੱਫਰਨਗਰ ਵਾਲੀ ਮਹਾਪੰਚਾਇਤ, ਦੂਜੀ ਅੱਜ ਦੀ ਹੈ ਜਿਹੜੀ ਕਰਨਾਲ ਹਰਿਆਣੇ ਵਾਲੀ ਮਹਾਪੰਚਾਇਤ। ਇਸ ਕਰਕੇ ਜੇ ਅੱਜ ਤੋਂ ਬਾਅਦ ਕੋਈ ਵੀ ਐਕਸ਼ਨ ਸਰਕਾਰ ਲੈਂਦੀ ਆ, ਜੇ ਸਾਡੀਆਂ ਮੰਗਾਂ ਨਹੀਂ ਮੰਨਦੀ, ਇਹ ਥੋੜੀ ਆ ਵੀ ਹੁਣ ਹਰਿਆਣਾ ਜਾਂ ਕਰਨਾਲ ਬੰਦ ਰਹੂਗਾ ਜਾਂ ਪੰਜਾਬ ਬੰਦ ਰਹੂਗਾ, ਯੂਪੀ ਰਾਜਸਥਾਨ ਸਾਰਾ ਬੰਦ ਰਹੂਗਾ। ਜਿਹੜੇ ਕਿਸਾਨਾਂ ਦੇ ਪਰਚੇ ਦਰਜ ਕੀਤੇ ਵਾਪਸ ਲਵੇ, ਜਿਹੜੇ ਅਫਸਰਾਂ ਨੇ ਲਾਠੀਆਂ ਚਲਾਈਆਂ ਉਹਨਾਂ ਤੇ ਕਾਰਵਾਈ ਕਰੇ। ਨਹੀਂ ਕਰਦੇ ਤਾਂ ਫਿਰ ਅਸੀਂ ਇੱਥੇ ਕੋਈ ਨਾ ਕੋਈ ਐਕਸ਼ਨ ਲਿਖ ਕੇ ਦੇਵਾਂਗੇ। ਤਾਂ ਕਰਨਾਲ ਦੀ ਦਾਣਾ ਮੰਡੀ ਦੇ ਵਿੱਚ ਹੋਇਆ ਵੱਡਾ ਇਕੱਠ। ਮਹਾਪੰਚਾਇਤ ਦੀਆਂ ਲਗਾਤਾਰ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਤੁਹਾਨੂੰ ਇਕੱਠ ਦਿਖਾਉਣ ਲੱਗੇ ਹਾਂ ਪਹਿਲਾਂ ਤਾਂ ਕਿ ਇੱਥੇ ਇਕੱਠ ਦੇਖੋ ਬੀਤੇ ਕੱਲ ਤੁਸੀਂ ਜੋ ਤਸਵੀਰਾਂ ਦੇਖੀਆਂ ਮੁਜ਼ੱਫਰਨਗਰ ਦੀਆਂ, ਤਾਂ ਉੱਥੇ ਵੀ ਜਿੱਥੋਂ ਤੱਕ ਵੀ ਕੈਮਰੇ ਦੀ ਅੱਖ ਜਾਂਦੀ ਸੀ, ਕੈਮਰੇ ਦੀ ਨਜ਼ਰ ਜਾਂਦੀ ਸੀ, ਉੱਥੋਂ ਤੱਕ ਕਿਸਾਨ ਇਕੱਠ ਦਿਖਾਈ ਦਿੰਦਾ ਸੀ, ਲੋਕ ਦਿਖਾਈ ਦਿੰਦੇ ਸੀ। ਤਾਂ ਹੁਣ ਜਿਹੜੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਬਹੁਤ ਵੱਡਾ ਇਕੱਠ ਸੀ। ਇਸ ਵੇਲੇ ਜੋ ਕਿਸਾਨ ਆਗੂ ਉਹਨਾਂ ਦੀਆਂ ਤਕਰੀਰਾਂ ਵੀ ਚੱਲ ਰਹੀਆਂ, ਪਰ ਆਲੇ ਦੁਆਲੇ ਕਿਉਂਕਿ ਜਿਹੜਾ ਉਹ ਪੰਡਾਲ ਹੈ, ਪੰਡਾਲ ਬਹੁਤ ਛੋਟਾ ਪੈ ਗਿਆ, ਗਿਣਤੀ ਬਹੁਤ ਜ਼ਿਆਦਾ ਵੱਧ ਗਈ। ਹਰਿਆਣੇ ਦੇ ਕੋਨੇ-ਕੋਨੇ ਤੋਂ, ਪੰਜਾਬ ਤੋਂ, ਚੰਡੀਗੜ੍ਹ ਤੋਂ, ਹੋਰ ਕਈ ਹਿੱਸਿਆਂ ਤੋਂ ਜਿਹੜੇ ਇੱਥੇ ਕਿਸਾਨ ਪਹੁੰਚੇ ਸੀ। ਤੇ ਦੇਖੋ ਮੰਗ ਇਹ ਸੀ ਕਿ ਐਸਡੀਐਮ ਜਿਨ੍ਹਾਂ ਨੇ ਉਸ ਦਿਨ ਹੁਕਮ ਦਿੱਤੇ ਸੀ ਕਿ ਕੋਈ ਵੀ ਕਿਸਾਨ ਅੱਗੇ ਨਹੀਂ ਲੰਘਣਾ ਚਾਹੀਦਾ, ਉਹਨਾਂ ਦਾ ਸਿਰ ਪਾਟਿਆ ਹੋਣਾ ਚਾਹੀਦਾ ਹੈ, ਤਾਂ ਇਹੋ ਜਿਹੇ ਹੁਕਮ ਦੇਣ ਵਾਲੇ ਐਸਡੀਐਮ ਨੂੰ ਬਰਖਾਸਤ ਕਰਨ ਦੀ ਮੰਗ ਹੈ। ਔਰ ਇੱਕ ਕਿਸਾਨ ਜਿਸ ਦੀ ਜਾਨ ਚਲੀ ਗਈ ਸੀ ਉਸ ਨੂੰ ਮੁਆਵਜ਼ਾ ਦੇਣ ਦੀ ਮੰਗ ਹੈ, ਔਰ ਨਾਲ ਹੀ ਜਿੰਨੇ ਜ਼ਖਮੀ ਹੋਏ ਉਹਨਾਂ ਨੂੰ ਮੁਆਵਜ਼ੇ ਦੀ ਮੰਗ ਹੈ। ਹੁਣ ਤਸਵੀਰਾਂ ਦੇ ਵਿੱਚ ਤੁਸੀਂ ਸਹਿਜੇ ਸਮਝ ਸਕਦੇ ਹੋ ਕਿ ਇਕੱਠ ਕਿੰਨਾ ਵੱਡਾ ਹੈ ਔਰ ਕਿੱਥੋਂ ਲੋਕ ਪਹੁੰਚੇ ਹੋਣਗੇ। ਪਹਿਲਾਂ ਤੁਹਾਨੂੰ ਇਹ ਤਸਵੀਰਾਂ ਵੀ ਦਿਖਾਈਆਂ ਕਿ ਪ੍ਰਸ਼ਾਸਨ ਨੇ ਬਹੁਤ ਵੱਡੀ ਇੱਕ ਤਿਆਰੀ ਕਰੀ ਹੋਈ ਸੀ, ਬੈਰੀਗੇਡ ਲਾਏ ਹੋਏ ਸੀ, ਵੱਡੀ ਪੁਲਿਸ ਬਲ ਵੀ ਤਾਇਨਾਤ ਕੀਤਾ ਗਿਆ ਸੀ, ਪਰ ਇਸ ਦੇ ਉਲਟ ਕਿਸਾਨਾਂ ਦਾ ਹਜੂਮ ਇੰਨਾ ਵੱਧ ਗਿਆ ਕਿ ਸਾਰੇ ਬੈਰੀਗੇਡ ਪ੍ਰਸ਼ਾਸਨ ਨੂੰ ਖੁਦ ਹੀ ਹਟਾਉਣੇ ਪੈ ਗਏ। ਉਹਨਾਂ ਨੇ ਆਪ ਹੀ ਤਿਆਰੀ ਕਰਤੀ ਕਿ ਚਲੋ ਤੁਸੀਂ ਲੰਘ ਜਾਓ। ਤਾਂ ਇਹ ਇਕੱਠ ਜਿਹੜਾ ਹੁਣ ਤੁਸੀਂ ਦੇਖ ਸਕਦੇ ਹੋ। ਇਸ ਬਾਬਤ ਵੀ ਗੱਲਬਾਤ ਕਰਾਂਗੇ। ਔਰ ਸੰਯੁਕਤ ਕਿਸਾਨ ਮੋਰਚੇ ਦੇ ਦੋ ਵੱਡੇ ਲੀਡਰ ਜਿਨ੍ਹਾਂ ਦੇ ਵਿੱਚ ਤੁਸੀਂ ਲਗਾਤਾਰ ਦੇਖਦੇ ਹੋ ਕਿ ਕੁਝ ਲੀਡਰ ਗਰਮ ਹੁੰਦੇ ਨੇ, ਕੁਝ ਠੰਡੇ ਹੁੰਦੇ ਆ। ਮੇਰੇ ਨਾਲ ਠੰਡਾ ਲੀਡਰ ਵੀ ਆ ਔਰ ਗਰਮ ਲੀਡਰ ਵੀ ਆ। ਠੰਡੇ ਲੀਡਰ ਨੇ ਕਾਦੀਆਂ ਸਾਹਿਬ, ਹਰਮੀਤ ਸਿੰਘ ਕਾਦੀਆਂ, ਔਰ ਗਰਮ ਲੀਡਰਾਂ ਦੇ ਵਿੱਚੋਂ ਮਨਜੀਤ ਸਿੰਘ ਰਾਏ ਸਾਹਿਬ ਨੇ। ਅਸੀਂ ਦੋਵਾਂ ਦੇ ਨਾਲ ਗੱਲਬਾਤ ਕਰਾਂਗੇ, ਕੋਸ਼ਿਸ਼ ਕਰਾਂਗੇ ਕਿ ਸਾਰੇ ਇੱਕ ਮੁੱਦੇ ਨੂੰ ਛੋਹ ਸਕੀਏ। ਇਸ ਇਕੱਠ ਦੇ ਬਾਬਤ ਵੀ ਗੱਲਬਾਤ ਕਰਾਂਗੇ ਔਰ ਜੋ ਕੁਝ ਸੰਯੁਕਤ ਕਿਸਾਨ ਮੋਰਚੇ ਦੀਆਂ ਮੀਟਿੰਗਾਂ ਵਿੱਚ ਹੁੰਦਾ ਰਿਹਾ ਜਾਂ ਸਰਕਾਰ ਦਾ ਜਿਸ ਤਰ੍ਹਾਂ ਦਾ ਰਵੱਈਆ ਰਿਹਾ ਉਹ ਵੀ ਸਮਝਣ ਦੀ ਕੋਸ਼ਿਸ਼ ਕਰਾਂਗੇ। ਰਾਏ ਸਾਹਿਬ, ਬਹੁਤ ਵੱਡਾ ਇਕੱਠ ਹੋਇਆ ਮੁਜ਼ੱਫਰਨਗਰ ਦੇ ਵਿੱਚ ਵੀ, ਲੱਖਾਂ ਲੋਕ ਪਹੁੰਚੇ ਔਰ ਅੱਜ ਵੀ ਗਿਣਤੀ ਮੇਰਾ ਖਿਆਲ ਹੈ ਕਿ ਜੇਕਰ ਆਪਾਂ ਗਿਣਨ ਲੱਗੀਏ ਤਾਂ ਮੇਰਾ ਖਿਆਲ ਹੈ ਕਿ ਲੱਖਾਂ ਤੋਂ ਘੱਟ ਨਹੀਂ ਕਹਿ ਸਕਦੇ ਆਪਾਂ। ਕਿਵੇਂ ਦੇਖਦੇ ਹੋ ਅੱਜ ਦੇ ਇਸ ਇਕੱਠ ਨੂੰ ਔਰ ਜੋ ਮੰਗਾਂ ਸੀ ਉਹਨਾਂ ਨੂੰ? ਦੇਖੋ, ਇਹ ਜਿਹੜੀਆਂ ਸਰਕਾਰਾਂ ਇਹ ਸਮਝਦੀਆਂ ਸਨ ਕਿ ਅੰਦੋਲਨ ਖਤਮ ਹੋ ਗਿਆ, ਅੰਦੋਲਨ ਕਮਜ਼ੋਰ ਹੋ ਗਿਆ। ਖਾਸ ਕਰ ਤੁਹਾਨੂੰ ਨਹੀਂ ਕਹਾਂਗੇ, ਤੁਹਾਡੇ ਧੰਨਵਾਦੀਆਂ ਗੋਦੀ ਮੀਡੀਆ ਜਿਹੜਾ ਉਹ ਬਿਆਨ ਕਰਨ ਲੱਗ ਪਿਆ ਸੀ ਅੰਦੋਲਨ ਕਿੱਥੇ ਹੈ, ਔਰ ਜਿਹੜੇ ਅੰਧ ਭਗਤ ਆ ਉਹ ਬਿਆਨ ਕਰਨ ਲੱਗ ਪਏ ਅੰਦੋਲਨ ਕਿੱਥੇ ਹੈ। ਉਹ ਅੱਖਾਂ ਗਾੜ ਕੇ ਵੇਖਣ ਪਹਿਲਾਂ ਮੁਜ਼ੱਫਰਨਗਰ ਵਾਲੀ ਮਹਾਪੰਚਾਇਤ, ਦੂਜੀ ਅੱਜ ਦੀ ਹੈ ਜਿਹੜੀ ਕਰਨਾਲ ਹਰਿਆਣੇ ਵਾਲੀ ਮਹਾਪੰਚਾਇਤ। ਔਰ ਇਹ 'ਚ ਫਰਕ ਕੋਈ ਨਹੀਂ, ਉੱਦਾਂ ਹੀ ਜਿੱਦਾਂ ਮੁਜ਼ੱਫਰਨਗਰ ਸੀ ਇਕੱਠ, ਉੱਦਾਂ ਹੀ ਇਕੱਠ ਅੱਜ ਇੱਥੇ ਹੋਇਆ। ਪੂਰੀ ਮੰਡੀ ਹੈ, ਬਹੁਤ ਵੱਡੀ ਮੰਡੀ ਹੈ, ਸਾਰੀ ਮੰਡੀ 'ਚ ਦੇਖੋ ਭਰਿਆ ਪਿਆ, ਇਹ ਲੋਕ ਖਿਲਰੇ ਪਏ ਨੇ। ਪੂਰਾ ਮਤਲਬ ਕਹਿ ਦਿਓ ਕਿ ਲੱਖਾਂ ਦੀ ਤਾਦਾਦ 'ਚ ਅੱਜ ਇਕੱਠ ਹੋਇਆ। ਸਰਕਾਰ ਦੇ ਕੋਲੋਂ ਸਿਰਫ ਇੰਨੀ ਗੱਲ ਕਿ ਭਾਈ ਤੁਸੀਂ ਜ਼ਿਆਦਤੀ ਕੀਤੀ ਹੈ, ਤੁਸੀਂ ਕਾਨੂੰਨ ਦੀ ਉਲੰਘਣਾ ਕੀਤੀ ਹੈ, ਤੁਸੀਂ ਸੰਵਿਧਾਨ ਤੋੜ ਕੇ ਇਹ ਕੰਮ ਕੀਤਾ ਹੈ। ਤੁਹਾਡੇ ਪ੍ਰਸ਼ਾਸਨਿਕ ਅਧਿਕਾਰੀ ਨੇ ਜਿਹੜਾ ਕਿਹਾ ਕਿ ਡੰਡੇ ਮਾਰੋ ਤਾਂ ਸਿਰ ਫੋੜ ਦਿਓ, ਉਹਦੇ ਵਿੱਚ ਕਤਲ ਹੋਇਆ ਸਾਡੇ ਸਾਥੀ ਦਾ, ਉਹ 'ਤੇ 302 ਦਾ ਪਰਚਾ ਦਰਜ ਕਰੋ। ਇਹ ਡਿਮਾਂਡ ਲੈ ਕੇ ਅੱਜ ਇਹ ਜਿਹੜਾ ਇਕੱਠ ਹੋਇਆ, ਵੱਡਾ ਰੋਹ ਹੈ ਲੋਕਾਂ ਦੇ ਵਿੱਚ, ਉਹ ਗੁੱਸਾ ਹੈ। ਉਹ ਗੁੱਸਾ ਜਿਹੜਾ ਅੱਜ ਉਹ ਤੁਹਾਨੂੰ ਨਜ਼ਰ ਆਊਗਾ। ਦੇਖੋ, ਇਹ ਗਿਣਤੀ ਦੇ ਵਿੱਚ, ਸੰਖਿਆ ਦੇ ਵਿੱਚ ਜਿਹੜਾ ਲੱਗਦਾ ਸੀ ਕਿ ਲੋਕ ਅੰਦੋਲਨ ਦੇ ਵਿੱਚ ਥੱਕ ਗਏ, ਕਮਜ਼ੋਰ ਹੋ ਗਏ, ਪਰ ਅੱਜ ਉਹ ਪੂਰੇ ਜੋਸ਼ ਦੇ ਨਾਲ, ਗੁੱਸੇ ਨਾਲ ਆਏ ਨੇ ਕਿ ਸਰਕਾਰ ਪਰਚਾ ਦਰਜ ਕਰੇ, ਨਹੀਂ ਤਾਂ ਉਹਦਾ ਫਿਰ ਖਮਿਆਜਾ ਭੁਗਤਣ ਨੂੰ ਤਿਆਰ ਰਹੇ। ਜੀ,
ਕਾਦੀਆਂ ਸਾਹਿਬ, ਸਵੇਰੇ ਜਦੋਂ ਤੁਸੀਂ ਖਬਰਾਂ ਦੇਖੀਆਂ ਹੋਣਗੀਆਂ ਜਾਂ ਤਸਵੀਰਾਂ ਤੁਹਾਡੇ ਤੱਕ ਪਹੁੰਚੀਆਂ ਹੋਣਗੀਆਂ, ਉਹ ਬੜੀਆਂ ਪ੍ਰਭਾਵ ਛੱਡਣ ਵਾਲੀਆਂ ਸੀ। ਜਾਣੀ ਕਰਨਾਲ ਪ੍ਰਸ਼ਾਸਨ ਨੇ ਤਿਆਰੀ ਪੂਰੀ ਕੀਤੀ ਸੀ। ਤੁਸੀਂ ਦੇਖਿਆ ਕਿ ਵੱਡੀ ਗਿਣਤੀ ਪੁਲਿਸ ਬਲ ਤਾਇਨਾਤ ਸੀ। ਕਿਸਾਨਾਂ ਨੂੰ ਇਹ ਕਿਹਾ ਜਾ ਰਿਹਾ ਸੀ ਕਿ ਅੰਦਰ ਨਹੀਂ ਐਂਟਰ ਹੋਣ ਦਿੱਤਾ ਜਾਊਗਾ, ਜਾਂ ਜੇ ਅੰਦਰ ਐਂਟਰ ਹੁੰਦੇ ਆ ਤਾਂ ਬਾਹਰ ਨਹੀਂ ਜਾਣ ਦਿੱਤਾ ਜਾਊਗਾ। ਕਈ ਚੀਜ਼ਾਂ ਜਾਣੀ ਸਾਹਮਣੇ ਆਉਂਦੀਆਂ ਰਹੀਆਂ, ਪਰ ਹੁਣ ਜੋ ਇਸ ਵੇਲੇ ਜੋ ਹੋਇਆ, ਜਾਣੀ ਇੱਕ ਹਜੂਮ ਆਇਆ, ਉਸ ਤੋਂ ਬਾਅਦ ਇਹ ਸਾਰੀ ਪ੍ਰਤੀਕਿਰਿਆ ਹੋਈ, ਸਭ ਕੁਝ ਹੀ ਬਦਲਿਆ। ਫਿਰ ਉਦੋਂ ਕੀ ਦਿਮਾਗ ਦੇ ਵਿੱਚ ਆਇਆ ਕਿ ਠੀਕ ਹੈ, ਮੋਰਚੇ ਨੂੰ ਜਿਹੜੇ ਲੋਕ ਕਹਿੰਦੇ ਸੀ ਕਿ ਢਾਹ ਲੱਗ ਰਹੀ ਹੈ, ਖੜਾ ਉੱਥੇ ਹੀ ਮੋਰਚਾ ਉੱਥੇ ਹੀ ਖੜਾ। ਕਿਤੇ ਨਾ ਕਿਤੇ ਸਰਕਾਰ ਜਦੋਂ ਇਹੋ ਜਿਹੇ ਵਤੀਰੇ ਕਰਦੀ ਆ, ਉਹ ਸਾਡੇ ਫਾਇਦੇ 'ਚ ਵੀ ਜਾਂਦਾ। ਮੈਂ ਨਾ ਅੱਜ ਸ਼ੁਕਰੀਆ ਕਰਦਾ ਕਰਨਾਲ ਪ੍ਰਸ਼ਾਸਨ ਦਾ, ਜਿਨ੍ਹਾਂ ਨੇ ਰਾਤ ਦੀਆਂ ਹੀ ਇਹ ਕਹਿਣ ਲੱਗੇ ਵੀ ਅਸੀਂ ਬੈਰੀਕੇਡ ਲਾਵਾਂਗੇ, ਅਸੀਂ ਤੁਹਾਨੂੰ ਅੰਦਰ ਜਾਣ ਨਹੀਂ ਦੇਵਾਂਗੇ, ਅਸੀਂ ਕਿਸੇ ਵੀ ਹਾਲਤ 'ਚ ਸਾਨੂੰ ਰੈਲੀ ਨਹੀਂ ਕਰ ਦੇਣੀ ਜਾਂ ਸੈਕਟਰੀ ਵੱਲ ਜਾਣ ਨਹੀਂ ਦੇਣਾ। ਇਹ ਕਿਹੜੀ ਕੌਮ ਨਾਲ ਕੰਮ ਕਰ ਰਹੇ ਆ, ਇਹਨਾਂ ਨੂੰ ਪਤਾ ਹੀ ਨਹੀਂ। ਕਿਹੜੀ ਏਕਤਾ ਹੋਈ ਆ, ਕਿਹੜੀ ਇਕਮੁੱਠ ਲੋਕ ਹੋਏ ਨੇ, ਕੀ ਆਵਾਜ਼ ਕਰਦੇ ਨੇ। ਮੈਂ ਇਹ ਤੁਹਾਡੇ ਮੀਡੀਆ ਸਾਹਮਣੇ ਕਹਿ ਸਕਦਾ ਵੀ ਜੇ ਉਹ ਨਾਦ ਦਾ ਬਿਆਨ ਨਾ ਹੁੰਦਾ, SKM ਨੇ ਇਹ ਫੈਸਲਾ ਨਹੀਂ ਕਰਨਾ ਵੀ ਸਾਰੀ ਲੀਡਰਸ਼ਿਪ ਪਹੁੰਚੋ ਭਾਈ, ਇੱਕ ਨਹੀਂ ਰਿਹਾ ਸਾਡੇ 'ਚੋਂ। ਤੇ ਜਿਹੜੇ ਪਿੰਡੋਂ 2 ਜਾਣੇ ਆਉਣੇ ਸੀ, ਅੱਜ 10 ਆਏ ਆ। ਅਗਲਾ ਕਹਿੰਦਾ ਜੀ ਅੱਜ ਬੈਰੀਕੇਡ ਤੋੜਨੇ ਪੈਣੇ ਤਾਂ 10 ਦੇ 10 ਜਾਵਾਂਗੇ। ਤੇ 2 ਜਾਣੇ ਸੀ ਰੈਲੀ ਵਾਸਤੇ, ਪਰ ਜੇ ਬੈਰੀਕੇਡ ਤੋੜਨੇ ਫਿਰ 10 ਆਉਂਦੇ ਨੇ। ਇਹਨਾਂ ਨੂੰ ਆਪਣੀ ਨਬਜ਼ ਸਮਝਣੀ ਚਾਹੀਦੀ ਆ ਪ੍ਰਜਾ ਦੀ, ਕਿਸਾਨਾਂ ਦੀ, ਵੀ ਕਿਹੜੇ ਆਪਣੀ ਲੜਾਈ ਲੜ ਰਹੇ ਆ ਕਾਨੂੰਨਾਂ ਦੀ। ਉਸ ਤੋਂ ਬਾਅਦ SKM ਬਣ ਗਿਆ, SKM ਦੀ ਏਕਤਾ ਦੀ। ਅਸੀਂ SKM ਨੂੰ ਪ੍ਰਵਾਨ ਕਰਦੇ ਦੇਖ ਰਹੇ ਹਾਂ। ਕੱਲ ਤੁਸੀਂ ਜਿਹੜੀ ਲਖਨਊ ਦੀ ਕਹਿੰਦੇ ਹੋ, ਉਹਨਾਂ ਦੇ ਗੜ੍ਹ 'ਚ ਜਾ ਕੇ BJP ਦੀ ਗੜ੍ਹ ਜਾ ਕੇ ਰੈਲੀ ਕੀਤੀ। ਅੱਜ ਫੇਰ ਹਰਿਆਣੇ ਕਰਨਾਲ ਦੇ ਵਿੱਚ BJP ਦਾ ਗੜ੍ਹ, ਜਿਹਨੂੰ ਕਹਿੰਦੇ ਸੀ ਵੀ ਕੋਈ ਸਿਆਸੀ ਪਾਰਟੀ ਇਹਨਾਂ ਨੂੰ ਮਦਦ ਕਰ ਰਹੀ ਹੈ ਕਿਸਾਨਾਂ ਨੂੰ। ਇਹਦਾ ਜਿਹੜੇ ਬੱਤੀ ਜਥੇਬੰਦੀਆਂ ਨੇ ਪੰਜਾਬ 'ਚੋਂ ਪ੍ਰੋਗਰਾਮ ਚਲਾਇਆ ਸੀ, ਉਹਦੇ ਚਾਨਣ ਥੱਲੇ ਜਿਵੇਂ ਜਿਵੇਂ ਅੱਗੇ ਪ੍ਰਚਾਰ ਵੱਧਦਾ ਗਿਆ, ਜਿਵੇਂ ਜਿਵੇਂ ਅਸੀਂ ਸਮਝਾਉਣ 'ਚ ਸਫਲ ਹੁੰਦੇ ਰਹੇ ਕਿਸਾਨਾਂ ਨੂੰ, ਜਿਹੜੇ ਸਟੇਟ 'ਚ ਜਾ ਰਿਹਾ ਇਹ ਪਾਣੀ ਵਾਂਗੂ ਵੱਧਦਾ ਜਾ ਰਿਹਾ ਤੇ ਇਹ ਪਾਣੀ 'ਚ ਡੁੱਬ ਜਾਣਾ ਸਰਕਾਰ ਨੇ। ਆਹ ਜਿਹੜਾ ਦਰਿਆ ਅੱਜ ਤੁਸੀਂ ਦੇਖ ਰਹੇ ਹੋ ਵਗਦੇ, ਜਿਹੜੇ 2 ਦਿਨ ਹੋਏ ਆ, ਹਾਲੇ 5 ਤਰੀਕ ਨੂੰ ਰੈਲੀ ਕਰਦੇ ਆ ਤੇ 7 ਤਰੀਕ ਨੂੰ ਆਪਾਂ ਉਰੇ ਆਉਂਦੇ ਆ, ਤੇ ਤਾਂ ਵੀ ਕੋਈ ਉਤਸ਼ਾਹ ਦੀ ਕਮੀ ਨਹੀਂ। ਤੇ ਹਾਲੇ ਜਿੱਥੇ ਕਿ ਸਾਡੇ ਪੰਜਾਬ ਵੱਲੋਂ 32 ਜਥੇਬੰਦੀਆਂ ਵੱਲੋਂ ਪੂਰਨ ਸਪੋਰਟ ਸੀ। ਜਿੱਦਣ ਵੀ ਸਾਡੇ ਪਹਿਲਾ ਲਾਠੀ ਚਾਰਜ ਹੋਇਆ, ਅਸੀਂ ਅਗਲੇ ਦਿਨ ਹੀ ਪੂਰੇ ਪੰਜਾਬ ਦੇ ਵਿੱਚ 2 ਘੰਟੇ ਦਾ ਜਾਮ ਰੱਖਿਆ। ਇਸ ਕਰਕੇ ਜੇ ਅੱਜ ਤੋਂ ਬਾਅਦ ਕੋਈ ਵੀ ਐਕਸ਼ਨ ਸਰਕਾਰ ਲੈਂਦੀ ਆ, ਜੇ ਸਾਡੀਆਂ ਮੰਗਾਂ ਨਹੀਂ ਮੰਨਦੀ, ਇਹ ਥੋੜੀ ਆ ਵੀ ਹੁਣ ਹਰਿਆਣਾ ਜਾਂ ਕਰਨਾਲ ਬੰਦ ਰਹੂਗਾ ਜਾਂ ਪੰਜਾਬ ਬੰਦ ਰਹੂਗਾ, UP ਰਾਜਸਥਾਨ ਸਾਰਾ ਬੰਦ ਰਹੂਗਾ ਜਦ ਤੱਕ ਸਾਡੀ ਗੱਲ ਸੁਣੀ ਨਹੀਂ ਜਾਂਦੀ। ਡੈਮੋਕ੍ਰੇਟਿਕ ਦੇ ਵਿੱਚ ਸਾਡਾ ਹੱਕ ਸੀ। 75 ਸਾਲ ਤੋਂ ਇਹਨਾਂ ਨੇ ਸਾਡੀਆਂ ਮੰਗਾਂ ਨਹੀਂ ਸੁਣੀਆਂ, ਨਾ ਸਾਡੀਆਂ ਕੀਮਤਾਂ ਦਿੱਤੀਆਂ। ਅੱਜ ਜਦੋਂ ਅਸੀਂ ਇਕੱਠੇ ਹੋ ਕੇ ਆਪਣੀ ਗੱਲ ਕਰਨ ਲੱਗੇ ਆ, ਇਹਨਾਂ ਨੂੰ ਸਮਝ ਨਹੀਂ ਆ ਰਹੀ ਵੀ ਇਕੱਠੇ ਹੋ ਕੇ ਕਿਵੇਂ ਇਕੱਠੇ ਹੋ ਗਏ, ਕਿਵੇਂ ਆਪਣੀ ਇਹ ਜਿਹੜੀ ਮੰਗ ਆ ਉਹ ਏਕਤਾ ਨਾਲ, ਸਬਰ ਨਾਲ ਤੇ ਆਪਣੀ ਸੂਝ ਨਾਲ ਉਹ ਦੇ ਰਹੇ ਨੇ। ਅੱਜ ਵੀ ਸਾਡੇ ਇੱਥੇ ਜਦੋਂ ਪੂਰਾ ਇਕੱਠ ਹੋਇਆ ਤਾਂ ਵੀ ਅਸੀਂ ਆਪਣੀ ਏਕਤਾ ਦਿਖਾਉਂਦੇ ਹੋਏ 11 ਮੈਂਬਰੀ ਕਮੇਟੀ ਬਣਾਈ, ਜਿਹੜੇ ਕਿ ਆਪਾਂ ਪੰਜਾਬ ਦੇ ਨਹੀਂ, ਹਰਿਆਣੇ ਦੇ ਨਹੀਂ, ਪੂਰੇ ਭਾਰਤ ਦੇ ਸਾਡੇ ਕਿਸਾਨ ਲੀਡਰ ਨੇ ਉਹ ਗਏ ਨੇ। ਉਹ 'ਚ ਰਕੇਸ਼ ਸਿੰਘ ਟਕੈਤ ਵੀ ਨੇ, ਬਲਬੀਰ ਸਿੰਘ ਰਾਜੇਵਾਲ ਵੀ ਨੇ, ਡਾਕਟਰ ਦਰਸ਼ਨਪਾਲ ਵੀ ਨੇ, ਉਹ 'ਚ ਚਰੂਨੀ ਜੀ ਵੀ ਨੇ, ਉਹਦੇ 'ਚ ਡੱਲੇਵਾਲ ਸਾਹਿਬ ਵੀ ਨੇ, ਉਹ ਗਰਾਹਾਂ ਸਾਹਿਬ ਵੀ ਨੇ, ਉਹ 'ਚ ਯੁੱਧਵੀਰ ਜੀ ਨੇ ਤੇ ਜੋਗਿੰਦਰ ਯਾਦਵ ਜੀ ਨੇ। ਤੇ ਇਸ ਬਾਰੇ ਜੇ ਹਾਲੇ ਉਹਨਾਂ ਨੂੰ ਨਹੀਂ ਸਮਝ ਆ ਰਿਹਾ ਵੀ ਸਾਡੇ ਕੋਲ ਸਾਰੀ ਟੀਮ ਹੋਊਗੀ, ਸਾਰੇ ਲੋਕ ਜਾਗਰੂਕ ਹੋ ਗਏ। ਹੁਣ ਸਰਕਾਰ ਨੂੰ ਸਮਝਣ ਦੀ ਲੋੜ ਆ। ਜਿੰਨਾ ਲੇਟ ਹੋਈ ਜਾਂਦੀ ਹੈ, ਮੈਂ ਤੁਹਾਨੂੰ ਪਹਿਲਾਂ ਵੀ ਕਈ ਵਾਰੀ ਬਾਈਟ ਦਿੰਦੇ ਹੋਏ ਕਿਹਾ ਵੀ ਜਿੰਨਾ ਲੇਟ ਹੁੰਨੇ ਮੈਂ ਸਾਨੂੰ ਨੁਕਸਾਨ ਨਹੀਂ ਹੋ ਰਿਹਾ, ਸਾਡੀ ਤਾਂ ਰੀਚ ਪਹੁੰਚ ਰਹੀ ਆ ਲੋਕਾਂ ਤੱਕ, ਤੇ ਸਰਕਾਰ ਨੂੰ ਨੁਕਸਾਨ ਹੋ ਰਿਹਾ। ਹੁਣ ਤਾਂ ਸਮਝ ਲਓ ਵੀ ਪੋਲੀਟੀਕਲ ਸਿਸਟਮ ਨੂੰ ਨੁਕਸਾਨ ਹੋਣ ਲੱਗ ਜਾਣਾ। ਲੋਕਾਂ ਦਾ ਉਹਨਾਂ ਦੇ ਉੱਤੇ ਵਿਸ਼ਵਾਸ ਹੀ ਉੱਠ ਗਿਆ ਵੀ ਸਾਡੀ ਮੰਗ, ਜਦੋਂ ਅਸੀਂ ਪਰਸਨਲ ਮੰਗ ਕੀਤੀ ਆਪਦੇ ਕਿੱਤੇ ਦੀ, ਲੋਕਾਂ ਨੇ, ਕਿਸਾਨ ਨੇ, ਮਜ਼ਦੂਰ ਨੇ ਆਪਣੀ ਮੰਗ ਕੀਤੀ ਵੀ ਸਾਡੇ ਵਾਸਤੇ ਤੁਸੀਂ ਕਾਨੂੰਨ ਗਲਤ ਬਣਾ ਰਹੇ ਹੋ, ਤਾਂ ਉਹ ਇਕਜੁੱਟ ਹੋ ਕੇ ਸਾਹਮਣੇ ਆਇਆ। ਤੇ ਜਦੋਂ ਇਹ ਜਿਹੜੇ ਬੰਦੇ ਕਿਸਾਨ ਹੁੰਦੇ ਆ ਜਾਂ ਮਜ਼ਦੂਰ ਹੁੰਦੇ ਆ, ਜਲਦੀ ਦਿਨੇ ਇਕੱਠੇ ਨਹੀਂ ਹੁੰਦੇ, ਤੇ ਜਦੋਂ ਇਕੱਠੇ ਹੋ ਜਾਣ ਫਿਰ ਘਰੇ ਵਾਪਸ ਨਹੀਂ ਜਾਂਦੇ। ਜਿਹੜੀਆਂ ਜੰਗਾਂ ਹੋਈਆਂ ਮੁਗਲਾਂ ਨਾਲ, ਜਿਹੜੀਆਂ ਆਪਣੇ ਅੰਗਰੇਜ਼ਾਂ ਨਾਲ, ਜਿਹੜੇ ਜਦੋਂ ਦੇਸ਼ ਬਚਾਉਣ ਦੀ ਗੱਲ ਆਉਂਦੀ ਆ ਤੇ ਸਰਹੱਦਾਂ ਉੱਤੇ ਇਹੀ ਜਾਂਦੇ ਨੇ। ਤੇ ਇਸ ਕਰਕੇ ਇਹ ਉਹ ਕੌਮ ਆ ਜਿਹਨੂੰ ਸਰਹੱਦਾਂ 'ਤੇ ਭੇਜਦੇ ਹੋ। ਤੇ ਇਹ ਹੁਣ ਅੱਜ ਜਾਗਰੂਕ ਹੋ ਗਈ। ਹੁਣ ਆਪਣੀ ਲੜਾਈ ਜਦੋਂ ਨੂੰ ਪਤਾ ਲੱਗੇ ਵੀ ਆਪਾਂ ਲੜਨੀ ਪੈਣੀ ਆ, ਇਹ ਹੁਣ ਤਿਆਰ ਆ। ਤੇ ਆਹ ਤੁਹਾਡਾ ਕਾਠਾ ਮਾਰਦਾ ਇਕੱਠ ਇਹਦਾ ਸਬੂਤ ਦਊਗਾ ਵੀ ਜਿਹੜਾ ਐਡਮਿਨਿਸਟ੍ਰੇਸ਼ਨ ਨੇ ਆਪਦੀ ਮਰਜ਼ੀ, ਆਪਦੇ ਕਾਨੂੰਨ ਤੋਂ ਉੱਪਰ, ਜੇ ਸਾਨੂੰ ਕਹਿੰਦਾ ਨਾ ਦਫਾ 144 ਤੁਸੀਂ ਦਾ ਇਕੱਠ ਕੀਤਾ, ਤੇ ਕੀ IAS ਅਫਸਰ ਦੇ ਹੱਕ 'ਚ ਹੈ ਕਿਤੇ ਲਿਖਿਆ ਹੋਇਆ ਵੀ ਉਹ ਫੋਰਸਿਸ ਨੂੰ ਇਹ ਕਹਿ ਸਕਦਾ ਵੀ ਤੂੰ ਸਿਰ ਪਾੜ ਦੇ ਕਿਸਾਨਾਂ ਦੇ? ਠੀਕ ਹੈ ਜੀ। ਅੱਜ ਤੱਕ ਜਿੰਨਾ ਲਾਠੀ ਚਾਰਜ ਹੁੰਦਾ ਸੀ, ਜਿਹੜਾ ਡੈਮੋਕ੍ਰੈਟਿਕਲੀ ਹੁੰਦਾ, ਉਹ ਲੱਤਾਂ 'ਤੇ ਡਾਂਗਾ ਮਾਰਨੀਆਂ ਹੁੰਦੀਆਂ, ਡਾਂਗਾ ਮਾਰਨੀਆਂ, ਬੰਦੇ ਮਾਰਨੇ, ਜਾਂ ਉਹ ਕੰਮ ਨਹੀਂ ਹੁੰਦਾ। ਹਮੇਸ਼ਾ ਖਦੇੜਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਲਾਅ ਐਂਡ ਆਰਡਰ ਮੇਨਟੇਨ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਜੇ ਮੈਂ ਉਹਨਾਂ ਦੇ ਪੱਖੋਂ ਵੀ ਬੋਲਾਂ, ਉਹ ਵੀ ਨਹੀਂ ਹੋਇਆ। ਉਹਨਾਂ ਨੇ ਡਾਇਰੈਕਟਲੀ ਜਿਹੋ ਜਿਹੇ ਬਿਆਨ ਆਏ, ਤੁਹਾਡੇ ਸਾਹਮਣੇ ਵੀਡੀਓ ਆ ਗਈ ਹੋਣੀ ਆ, ਉਹਦਾ ਹੀ ਗੁੱਸਾ ਸਾਨੂੰ ਇੱਥੇ ਆਇਆ। ਤੇ ਉਸ ਲਾਠੀ ਚਾਰਜ ਜਦੋਂ ਇੱਕ ਦਿਨ ਪਹਿਲਾਂ ਵੀਡੀਓ ਆ, ਸਾਡਾ ਇੱਕ ਕਿਸਾਨ ਸ਼ਹੀਦ ਵੀ ਹੋਇਆ,
ਕਈਆਂ ਦੇ ਸਿਰ ਪਾੜੇ, ਕਈਆਂ ਨੂੰ ਸੱਟਾਂ ਇਹੋ ਜਿਹੀ ਗੁੱਝੀਆਂ ਮਾਰਤੀਆਂ ਵੀ ਉਹ ਅਪੰਗ ਵੀ ਹੋਏ ਨੇ। ਤੇ ਇਹ ਉਸ ਐਸਡੀਐਮ ਦੇ ਜੁੰਮੇ ਪੈਂਦਾ ਤੇ ਉਸ ਐਸਡੀਐਮ ਦੇ ਜੁੰਮੇ 302 ਵੀ ਪੈਂਦੀ ਆ। ਬਰਖਾਸਤ ਕਰਨਾ ਜਾਂ ਇਹਨੂੰ ਬਦਲੀ ਕਰਨਾ ਕੋਈ ਉਹਦੇ 'ਚ ਢੰਗ ਨਹੀਂ ਸੀ, ਸਿੱਧਾ 302 ਦੀ ਬਣਦੀ ਆ। ਉਹਨੇ ਆਪਣੀ ਨਜਾਇਜ਼ ਵਰਤੋਂ ਲਿੱਤੀ ਆ ਆਪਣੇ ਅਹੁਦੇ ਦੀ। ਇਸ ਕਰਕੇ ਆਉਣ ਵਾਲੇ ਸਮੇਂ 'ਚ ਹੁਣ ਦੇਖਦੇ ਆ, ਜਿੰਨੀ ਦੇਰ ਸਾਡੀ ਟੀਮ ਗਈ ਆ ਕੇ ਫੈਸਲਾ ਹੁੰਦਾ। ਰਾਏ ਸਾਹਿਬ, ਪਹਿਲਾਂ ਆਪਾਂ ਦੇਖਿਆ, ਦੇਖੋ ਹਰਿਆਣੇ ਦੇ ਲੋਕ ਨੇ ਜਿਹੜੇ, ਉਹਨਾਂ ਨੇ ਸਭ ਤੋਂ ਵੱਧ ਸੰਤਾਪ ਹੰਢਾਇਆ। ਵਜ੍ਹਾ ਇਹ ਸੀ ਕਿ ਇੱਥੇ ਜੋ ਸਰਕਾਰ ਹੈ ਉਹ ਭਾਜਪਾ ਦੀ ਹੈ। ਉਹਨਾਂ ਨੇ ਸ਼ੁਰੂ ਤੋਂ ਲੈ ਕੇ, ਜਦੋਂ ਸਾਡਾ ਸੰਘਰਸ਼ ਪੰਜਾਬ ਸੀ, ਉਹਨਾਂ ਦਾ ਹਰਿਆਣੇ ਸੀ, ਉਦੋਂ ਵੀ ਇਹਨਾਂ ਤੇ ਲਾਠੀਚਾਰਜ ਹੁੰਦਾ ਰਿਹਾ, ਉਦੋਂ ਵੀ ਬੈਰੀਗੇਡ ਤੋੜਨੇ ਪਏ। ਸ਼ੁਰੂਆਤ ਲਾਠੀਚਾਰਜ ਦੀ ਹਰਿਆਣੇ ਤੋਂ ਹੋਈ। ਹੁਣ ਅੱਜ ਦੀ ਜੇਕਰ ਗੱਲ ਕਰੀਏ, ਪ੍ਰਸ਼ਾਸਨ ਤਾਂ ਤਿਆਰ ਸੀ, ਆਪਣੀ ਫੋਰਸ ਵੀ ਤਿਆਰ ਸੀ, ਉਹਨਾਂ ਨੇ ਡੰਡੇ ਚੱਕ ਲਏ ਸੀ, ਉਹਨਾਂ ਨੇ ਬੈਰੀਗੇਡ ਲਾਤਾ ਸੀ। ਪਰ ਜਦੋਂ ਸੰਯੁਕਤ ਕਿਸਾਨ ਮੋਰਚੇ ਦਾ ਕੱਲਾ ਲੀਡਰ ਆ ਗਿਆ, ਇਉਂ ਨਹੀਂ ਲੱਗਦਾ ਕਿ ਉਹਨਾਂ ਨੇ ਫੈਸਲਾ ਔਨ ਦਾ ਸਪੌਟ ਬਦਲਿਆ ਹੋਊਗਾ? ਉਹਨਾਂ ਨੇ ਮੀਟਿੰਗ ਨੂੰ ਬੁਲਾ ਲਿਆ। ਨਹੀਂ ਦੇਖੋ, ਇਹ ਕੱਲ ਸਾਡੀ ਮੀਟਿੰਗ ਹੋ ਗਈ ਸੀ ਸਾਰੀ ਹਰਿਆਣੇ ਵਾਲੇ ਜਿਹੜੇ ਆਗੂ ਸਹਿਬਾਨ ਨੇ, ਉਹਨਾਂ ਨਾਲ ਸਾਡੀ ਜੂਮ ਤੇ ਮੀਟਿੰਗ ਹੋ ਗਈ ਸੀ ਸ਼ਾਮੀ, ਕਿ ਆਪਾਂ ਇਹਨੂੰ ਮਿਲੀਟੈਂਸੀ ਐਕਸ਼ਨ ਨਹੀਂ ਬਣਾਉਣਾ। ਸਰਕਾਰ ਚਾਹੁੰਦੀ ਹੈ ਕਿ ਇਹ ਦੋ ਰਸਤੇ ਨੇ ਇਸ ਅੰਦੋਲਨ ਨੂੰ, ਸਰਕਾਰ ਨੂੰ ਖਤਮ ਕਰਨ ਦੇ। ਇੱਕ ਰਸਤਾ ਹੈ ਕਿ ਇਹਨੂੰ ਲੰਬਾ ਖਿੱਚ ਕੇ ਲਿਜਾਓ, ਆਪਸ ਵਿੱਚ ਹੀ ਇਹ ਲੜ ਲੁੜ ਕੇ ਚਲੇ ਜਾਣ। ਉਹ ਨਹੀਂ ਕਰ ਪਾਏ। 1 ਸਾਲ ਤੋਂ ਸ਼ਾਂਤੀ ਨਾਲ, ਏਕਤਾ ਨਾਲ, ਜਿਵੇਂ ਕਾਦੀਆ ਸਾਹਿਬ ਨੇ ਦੱਸਿਆ, ਬੜੀ ਏਕਤਾ ਨਾਲ ਅੰਦੋਲਨ ਚੱਲ ਰਿਹਾ। ਔਰ ਦੂਜੀ ਇਹਨਾਂ ਦੇ ਕੋਲ ਹੁਣ ਰਹਿ ਗਿਆ ਹੱਥਕੰਡਾ ਕਿ ਇਹਨੂੰ ਦੰਗਾਕਾਰੀ ਕਹਿ ਕੇ, ਬਿਆਨ ਕਰਕੇ, ਲੋਕਾਂ ਤੇ ਲਾਠੀਆਂ ਚਲਾ ਕੇ ਅੰਦੋਲਨ ਨੂੰ ਇਹਨੂੰ ਕਮਜ਼ੋਰ ਕਰੀਏ, ਖਿਡਾਰ ਦਈਏ। ਸੋ ਇਹ ਜਿਹੜਾ ਸੰਯੁਕਤ ਮੋਰਚਾ ਜਦੋਂ ਕੋਈ ਫੈਸਲਾ ਲੈਂਦਾ ਹੈ, ਉਹਨੂੰ ਬੜੀ ਗੰਭੀਰਤਾ ਨਾਲ ਵਿਚਾਰ ਕੇ ਵੀ ਆਪਾਂ ਇਹਨੂੰ ਮਿਲੀਟੈਂਸੀ ਐਕਸ਼ਨ ਨਹੀਂ ਬਣਾਉਣਾ। ਉਹ ਸ਼ੁਰੂਆਤ ਸੀ ਉਹਨਾਂ ਦੀ, ਉਹਨਾਂ ਨੇ ਛੇੜੀ ਆ, ਇੱਕ ਚਿੰਗਾਰੀ ਲਾਈ ਹੈ ਕਰਨਾਲ ਤੋਂ ਭਾਂਬੜ ਬਣਾਉਣ ਲਈ, ਇਹਨੂੰ ਦੰਗਾ ਪੀੜਤ ਬਣਾਉਣ ਲਈ, ਦੰਗਾਕਾਰੀ ਬਣਾਉਣ ਲਈ। ਇਹ ਇੱਕ ਉਹਨਾਂ ਨੇ ਛੜਯੰਤਰ ਰਚਿਆ ਕਿ ਜਦੋਂ ਅਸੀਂ ਚਿੰਗਾਰੀ ਲਾਵਾਂਗੇ, ਇਹ ਬਲਬਲੇ ਮਨਾਂ ਦੇ ਬਾਹਰ ਆਉਣਗੇ, ਲੋਕੀ ਗੁੱਸੇ 'ਚ ਆਉਣਗੇ। ਫਿਰ ਜਦੋਂ ਇਹ ਲਾਠੀਆਂ ਚਲਾਉਣਗੇ, ਫਿਰ ਕਹਾਂਗੇ ਦੇਸ਼ ਦਾ ਜਿਹੜਾ ਲਾਅ ਐਂਡ ਆਰਡਰ ਆ ਉਹ ਮੇਨਟੇਨ ਕਰਨ ਵਾਸਤੇ ਸਾਨੂੰ ਆ ਸਾਰਾ ਕੁਝ ਕਰਨਾ ਪਿਆ। ਸੋ ਇਹ ਸੰਯੁਕਤ ਮੋਰਚਾ ਹਰ ਗੱਲ ਨੂੰ ਬੜੀ ਗੰਭੀਰਤਾ ਨਾਲ ਰਿੜਕ ਕੇ ਮੰਗ ਵੀ ਮਨਾਉਣੀ ਹੈ, ਤੇ ਆਪਾਂ ਆਪਣੇ ਕਿਸਾਨ ਵੀਰਾਂ ਦੇ, ਨੌਜਵਾਨਾਂ ਦੇ ਸੱਟਾਂ ਵੀ ਨਹੀਂ ਮਰਾਉਣੀਆਂ। ਇਸ ਤਰੀਕੇ ਨਾਲ ਉਹ ਫੈਸਲਾ ਲਿਆ ਜਾਂਦਾ। ਸੋ ਇਸ ਕਰਕੇ ਹੀ ਸਾਡੀ 11 ਮੈਂਬਰੀ ਟੀਮ ਜਿਹੜੀ ਆ ਅੱਜ ਪ੍ਰਸ਼ਾਸਨ ਨਾਲ ਗੱਲ ਕਰਨ ਗਈ। ਤੁਸੀਂ ਦੋਨੋਂ ਸੰਯੁਕਤ ਕਿਸਾਨ ਮੋਰਚੇ ਦੇ ਵੱਡੇ ਲੀਡਰ ਹੋ, ਆਪਣੀ ਜਥੇਬੰਦੀ ਦੇ ਸੂਬਾ ਪ੍ਰਧਾਨ ਹੋ। ਪੰਜਾਬ ਦੇ ਵਿੱਚ, ਮੋਗੇ ਦੇ ਵਿੱਚ ਜੋ ਕੁਝ ਹੋਇਆ ਉਹ ਵੀ ਤੁਹਾਡੇ ਧਿਆਨ 'ਚ ਆ। ਹੁਣ ਇਸ ਤੋਂ ਅੱਗੇ ਮੋਰਚਾ ਕੀ ਫੈਸਲਾ ਲੈ ਰਿਹਾ? ਕਿਉਂਕਿ ਜਿਹੜਾ ਮੋਗੇ ਦੇ ਵਿੱਚ ਹੋਇਆ ਉਹ ਵੀ ਕਰਨਾਲ ਨਾਲੋਂ ਘੱਟ ਨਹੀਂ ਸੀ। ਡਾਂਗਾ ਉੱਥੇ ਵੀ ਚੱਲੀਆਂ, ਉੱਥੇ ਵੀ ਲੰਬੇ ਪਾ ਕੇ ਪੁਲਿਸ ਦੇ ਵੱਲੋਂ ਜਿਹੜੇ ਕਿਸਾਨ ਨੇ ਉਹ ਕੁੱਟੇ ਗਏ ਆ। ਹੁਣ ਇਸ ਤੋਂ ਅੱਗੇ ਕੀ ਕਰੋਗੇ? ਕਿਸ ਤਰ੍ਹਾਂ ਦਾ ਫੈਸਲਾ ਲੈ ਰਿਹਾ? ਦੇਖੋ, ਇਹਦੇ ਬਾਰੇ ਥੋੜੀ ਦੇਰ ਸਾਡੇ ਸਾਥੀ ਆ ਜਾਂਦੇ ਆ ਪ੍ਰਸ਼ਾਸਨ ਨਾਲ ਗੱਲ ਕਰਕੇ, ਭਈ ਤੁਸੀਂ ਕੀ ਗੱਲ ਪ੍ਰਸ਼ਾਸਨ ਨੇ ਕਹੀ ਹੈ, ਕੋਈ ਸਾਡੀ ਗੱਲ ਮੰਨੀ ਹੈ ਨਹੀਂ ਮੰਨੀ। ਉਹਦੇ ਬਾਅਦ ਅਸੀਂ ਸਾਰਿਆਂ ਨੇ ਇਕੱਤਰ ਹੋ ਕੇ ਬਹਿਣਾ, ਉਹਦੇ ਵਿੱਚ ਇੱਕ ਰਣਨੀਤੀ ਤਿਆਰ ਹੋਣੀ ਹੈ। ਉਹਦੇ ਤਹਿਤ ਹੀ ਮੈਸੇਜ ਆਣਾ ਜਿਹੜਾ ਪੰਜਾਬ ਦੇ ਵਿੱਚ ਇਹੋ ਜਿਹਾ ਵੱਡਾ ਐਕਸ਼ਨ ਹੋ ਸਕਦਾ। ਪੰਜਾਬ ਦੇ ਵਿੱਚ ਤਾਂ ਅਸੀਂ ਆਲਰੇਡੀ ਅੱਗੇ ਕਹਿ ਚੁੱਕੇ ਹਾਂ ਪ੍ਰੈਸ ਦੇ ਵਿੱਚ ਕਿ 8 ਤਰੀਕ ਨੂੰ ਸਾਡੀ ਮੀਟਿੰਗ ਹੈ। 8 ਤੱਕ ਸਰਕਾਰ ਜਿਹੜੀ ਆ, ਜਿਹੜੇ ਕਿਸਾਨਾਂ ਦੇ ਪਰਚੇ ਦਰਜ ਕੀਤੇ ਵਾਪਸ ਲਵੇ, ਜਿਹੜੇ ਅਫਸਰਾਂ ਨੇ ਲਾਠੀਆਂ ਚਲਾਈਆਂ ਉਹਨਾਂ ਤੇ ਕਾਰਵਾਈ ਕਰੇ। ਨਹੀਂ ਕਰਦੇ ਤਾਂ ਫਿਰ ਅਸੀਂ ਇੱਥੇ ਕੋਈ ਨਾ ਕੋਈ ਐਕਸ਼ਨ ਲਿਖ ਕੇ ਦੇਵਾਂਗੇ। ਉਹ ਸਾਡੀ ਕੱਲ ਨੂੰ 8 ਦੀ ਸਾਡੀ ਮੀਟਿੰਗ ਬੱਤੀਆਂ ਦੀ ਹੈਗੀ ਆ, ਉਹਦੇ ਵਿੱਚ ਬਿਲਕੁਲ ਵਿਚਾਰਾਂਗੇ ਇਸ ਗੱਲ ਨੂੰ, ਵਿਚਾਰ ਕੇ ਕੋਈ ਨਾ ਕੋਈ, ਜੇ ਸਰਕਾਰ ਨੇ ਨਹੀਂ ਮੰਨੀ ਗੱਲ ਤਾਂ ਉਹ ਐਕਸ਼ਨ ਹੋਏਗਾ। ਸੋ ਇਹ ਕਲੀਅਰ ਕੱਟ ਹੈ ਕਿ ਇਸ ਗੱਲ ਨੂੰ ਵੇਖਦੇ ਹੋਏ ਕਿ ਇਹ ਇਸ ਗੱਲ ਦਾ ਇਲਜ਼ਾਮ ਨਾ ਲਾਉਣ ਕਿ ਇਹ ਦੰਗਾਕਾਰੀ ਨੇ, ਉਹਨੂੰ ਵਿਚਾਰ ਕੇ ਇਹਨੂੰ ਅੰਦੋਲਨ ਨੂੰ ਜਿੱਤ ਵੱਲ ਲੈ ਕੇ ਜਾਣਾ, ਸਬਰ ਨਾਲ, ਸੰਤੋਖ ਨਾਲ, ਸ਼ਾਂਤੀ ਨਾਲ। ਸੋ ਇਸ ਕਰਕੇ ਸੰਯੁਕਤ ਕਿਸਾਨ ਮੋਰਚਾ ਜਿਹੜਾ ਸਮੇਲ ਹੈ ਬੜਾ ਵਧੀਆ, ਉਹਦੇ ਵਿੱਚ ਗੱਲ ਪੂਰੀ ਰਿੜਕੀ ਜਾਂਦੀ ਹੈ। ਫਿਰ ਉਹਦੇ ਵਿੱਚੋਂ ਕੋਈ ਫੈਸਲਾ ਜਿਹੜਾ ਬੁੱਧੀਜੀਵੀਆਂ ਦੀ ਤਰ੍ਹਾਂ ਇੱਕ ਨਿਕਲ ਕੇ ਆਉਂਦਾ ਹੈ। ਇੱਕ ਪੰਜਾਬ ਦੇ ਵਿੱਚ ਬੜੀ ਇਹ ਚਰਚਾ ਛਿੜ ਗਈ ਕਿ ਜਦੋਂ ਕਿਸੇ ਵੱਡੇ ਲੀਡਰ ਦਾ, ਕਿਸੇ ਵੀ ਪਾਰਟੀ ਦਾ ਵਿਰੋਧ ਹੁੰਦਾ, ਬਿਕਰਮ ਸਿੰਘ ਮਜੀਠੀਆ ਹੋਰਾਂ ਨੇ ਵੀ ਇਹ ਇਲਜ਼ਾਮ ਲਾਏ, ਸੁਖਬੀਰ ਸਿੰਘ ਬਾਦਲ ਹੋਰਾਂ ਨੇ ਵੀ ਮੋਗੇ ਤੋਂ ਬਾਅਦ ਅਗਲੇ ਦਿਨ ਇੱਕ ਪ੍ਰੈਸ ਕਾਨਫਰੰਸ ਕੀਤੀ, ਜਿਸ ਦੇ ਵਿੱਚ ਉਹਨਾਂ ਫੋਟੋ ਦਿਖਾਈਆਂ ਕਿ ਦੇਖੋ ਜੀ, ਆਹ ਕਾਂਗਰਸ ਦਾ ਬੰਦਾ, ਆਹ ਆਮ ਆਦਮੀ ਪਾਰਟੀ ਦਾ ਬੰਦਾ ਹੈ, ਇਹ ਸਾਡਾ ਵਿਰੋਧ ਕਰਦੇ ਨੇ, ਖਾਲਸ ਕਿਸਾਨ ਨਹੀਂ ਕਰਦੇ। ਇਹਨੂੰ ਜਸਟੀਫਾਈ ਕਿਵੇਂ ਕਰਾਂਗੇ ਕਾਦੀਆਂ ਸਾਹਿਬ ਕਿ ਕੌਣ ਬੰਦਾ? ਹੁਣ ਦੇਖੋ, ਵੋਟਰ ਸਭ ਹੀ ਨੇ, ਸਭ ਕੋਈ ਨਾ ਕੋਈ ਕਿਸੇ ਨਾ ਕਿਸੇ ਪਾਰਟੀ ਦੇ ਨਾਲ ਜੁੜਿਆ। ਜਸਟੀਫਾਈ ਕਿਵੇਂ ਕਰਾਂਗੇ? ਉਹ ਖਾਲਸ ਕਿਸਾਨ ਕਿਹਨੂੰ ਮੰਨਦੇ ਨੇ ਔਰ ਪਾਰਟੀਆਂ ਦੇ ਉਹ ਪਰਚੇ ਕੱਢ ਕੇ ਬਹਿ ਜਾਂਦੇ ਆ ਕਿ ਦੇਖੋ ਜੀ, ਫਿਰ ਇਹਦਾ ਮਤਲਬ ਵਿਰੋਧ ਹੀ ਨਾ ਹੋਵੇ ਉਹਨਾਂ ਦਾ, ਜਾਂ ਸਵਾਲ ਹੀ ਨਾ ਹੋਣ। ਦੇਖੋ, ਇਹ ਤੋਂ ਸਾਫ਼ ਇੱਕ ਸੰਦੇਸ਼ ਗਿਆ ਸੀ ਐਸਕੇਐਮ ਵੱਲੋਂ ਵੀ ਬੀਜੇਪੀ ਦਾ ਆਪਾਂ ਵਿਰੋਧ ਕਰਨਾ, ਮੀਟਿੰਗਾਂ ਨਹੀਂ ਹੋਣ ਦੇਣੀਆਂ, ਆਪਾਂ ਪਿਛਲੇ ਸਾਲ ਦੀਆਂ ਨਹੀਂ ਹੋਣ ਦੇ ਰਹੇ। ਉੱਥੇ ਹਰ ਕਿਸਾਨ ਆਪਣਾ ਜਾਂਦਾ, ਆਪਣਾ ਫਰਜ਼ ਨਿਭਾ ਕੇ ਕਰ ਰਿਹਾ, ਤੇ ਬਾਕੀ ਪਾਰਟੀਆਂ ਨੂੰ ਆਪਾਂ ਸਵਾਲ ਕਰਨ ਨੂੰ ਕਿਹਾ ਸੀ। ਪਰ ਨਾਲ ਦੀ ਨਾਲ ਆਪਾਂ ਕਿਹਾ ਸੀ ਵੀ ਹਾਲੇ ਇਲੈਕਸ਼ਨਾਂ ਦੂਰ ਨੇ, ਤੁਸੀਂ ਆਪਣੀਆਂ ਕਾਰਵਾਈ ਰੋਕ ਦਿਓ, ਕਿਉਂਕਿ ਸਾਡੀ ਲੜਾਈ ਅੱਗੇ ਸੰਯੁਕਤ ਮੋਰਚੇ ਦੀ ਲੱਗੀ ਹੋਈ ਆ, 3 ਕਾਨੂੰਨਾਂ ਦੀ ਆ, ਐਮਐਸਪੀ ਦੇ ਉੱਤੇ ਆ। ਸਾਨੂੰ ਉਹ ਵੱਡੀ ਲੱਗ ਰਹੀ ਹੈ ਇਲੈਕਸ਼ਨ ਨਾਲੋਂ। ਤੁਸੀਂ ਸਾਡਾ ਭਾਈਚਾਰਾ ਖਰਾਬ ਨਾ ਕਰੋ।
ਵੀ ਸਾਡੇ ਭਾਈਚਾਰਕ ਤੌਰ ਤੇ ਪਿੰਡ ਇਕੱਠੇ ਹੋ ਕੇ ਇੱਥੇ ਟਰਾਲੀਆਂ 'ਚ ਇਕੱਠੇ ਬੈਠੇ ਆ। ਜੇ ਆਪਾਂ ਰਾਜਨੀਤਿਕ ਤੌਰ ਤੇ ਕਹੀਏ ਸ਼ਾਇਦ ਨਾ ਸੋਚ ਰਲਦੀ ਹੋਵੇ, ਪਰ ਕਿਸਾਨੀ ਤੇ ਸੋਚ ਇੱਕ ਹੋਈ ਆ, ਸਾਰੇ ਪਿੰਡ ਦੀ ਇੱਕ ਹੋਈ ਆ। ਤੇ ਉਸ ਦਾ ਭਾਈਚਾਰਾ ਜੇ ਤੁਸੀਂ ਭੰਗ ਕਰਦੇ ਹੋ ਤਾਂ ਉਹ ਲੋਕ ਫਿਰ ਆਉਂਦੇ ਨੇ। ਜਦੋਂ ਇਹ ਜਾ ਰਹੇ ਨੇ ਲੋਕਾਂ ਦੀ ਮਤਲਬ ਜਿਹੜਾ ਰੋਸ ਆ ਉਹ ਫਿਰ ਜਗ ਜ਼ਾਹਿਰ ਹੋ ਰਿਹਾ ਤੇ ਉਹ ਇਹਨਾਂ ਨੂੰ ਰੋਸ ਚੱਲਣਾ ਪੈ ਰਿਹਾ। ਉਹਦਾ ਹੁਣ ਲੜਾਈ ਅਸੀਂ ਚੰਗੀ ਤਰ੍ਹਾਂ ਦੇਖ ਰਹੇ ਹਾਂ। ਸਾਨੂੰ ਖੁੱਲ੍ਹੀ ਚਿੱਠੀ ਵੀ ਲਿਖੀ ਆ ਅਕਾਲੀ ਦਲ ਨੇ ਸਾਰੇ ਜਥੇਬੰਦੀਆਂ ਨੂੰ ਵੀ, SKM ਨੂੰ ਵੀ। ਉਹ 8 ਤਰੀਕ ਨੂੰ ਅਸੀਂ ਕੱਲ੍ਹ ਫੈਸਲਾ ਕਰਦੇ ਹਾਂ ਵੀ ਕੀ ਉਹਦਾ ਬਣਾਈਏ। ਅਸੀਂ ਆਪਣਾ ਕੁਛ ਬਣਾ ਕੇ ਵੀ ਸਰਕਾਰ ਨਾਲ ਕਿਵੇਂ ਨਜਿੱਠਿਆ ਜਾ ਸਕਦਾ ਜਾਂ ਪੋਲੀਟੀਕਲ ਪਾਰਟੀਆਂ ਨਾਲ ਕਿਵੇਂ ਨਜਿੱਠਿਆ ਜਾ ਸਕਦਾ, ਕਿਉਂਕਿ ਇਹ ਕਹਿੰਦੀਆਂ ਸਾਨੂੰ ਇਹੀ ਨੇ ਵੀ ਅਸੀਂ ਕਿਸਾਨ ਪੱਖੀ ਆ, ਵੀ ਸਾਡੀਆਂ ਜਿਹੜੀਆਂ ਮੰਗਾਂ ਨੂੰ ਮਨਾਉਣ ਤੱਕ ਇਹਨਾਂ ਨੇ ਸਾਡੇ ਨਾਲ ਕੀ ਕੀਤਾ, ਕੀ ਅੱਗੇ ਅਸੀਂ ਕਰ ਸਕਦੇ ਹਾਂ। ਠੀਕ ਹੈ, ਰਾਏ ਸਾਹਿਬ ਕੁਝ ਕਹਿਣਾ ਚਾਹੁੰਦੇ? ਮੈਂ ਇਹ ਕਹਿਣਾ ਚਾਹੁੰਦਾ ਸੀ ਕਿ ਇਹ ਸਰਕਾਰਾਂ ਨੂੰ ਜਾਂ ਇਹ ਜਿਹੜੀਆਂ ਰਾਜਨੀਤਿਕ ਪਾਰਟੀਆਂ ਨੂੰ ਇਹਨਾਂ ਨੂੰ ਹੋਸ਼ ਨਹੀਂ ਹੈ ਕਿ ਪੰਜਾਬ ਨੂੰ ਆਪਾਂ ਬਚਾਉਣਾ ਹੈ। ਅੱਜ ਇਸ ਅੰਦੋਲਨ ਦੇ ਪੱਖ 'ਚ ਵੱਡੇ ਅਫਸਰ ਜਿਹੜੇ ਸਨ ਉਹਨਾਂ ਨੇ ਅਹੁਦੇ ਦੇ ਦਿੱਤੇ, ਆਪਣੀ ਰੋਜ਼ੀ ਰੋਟੀ ਦੀਆਂ ਜਿਹੜੀਆਂ ਨੌਕਰੀਆਂ ਉਹ ਛੱਡ ਦਿੱਤੀਆਂ। ਅੱਜ ਜਿਹੜੇ ਖਿਡਾਰੀ ਸੀ ਉਹਨੇ ਮੈਡਲ ਵਾਪਸ ਕਰ ਦਿੱਤੇ। ਤੇ ਕੀ ਇਹ ਥੋੜੇ ਦਿਨ ਆਪਣੀਆਂ ਰੈਲੀਆਂ ਨਹੀਂ ਕੈਂਸਲ ਕਰ ਸਕਦੇ? ਕਹਿਣ ਦਾ ਭਾਵ ਇਹਨਾਂ ਨੂੰ ਪੰਜਾਬ ਨਾਲ ਹਿੱਤ ਹੀ ਕੋਈ ਨਹੀਂ ਹੈ। ਇਹ ਜਿੰਨੀਆਂ ਰਾਜਨੀਤਿਕ ਪਾਰਟੀਆਂ ਕੇਵਲ ਇਹਨਾਂ ਨੂੰ ਕੁਰਸੀ ਸੱਤਾ ਦੀ ਚਾਹੀਦੀ ਆ। ਸੱਤਾ ਹਾਸਲ ਕਰਨ ਵਾਸਤੇ ਕਿਸੇ ਹੱਦ ਤੱਕ ਵੀ ਇਹ ਗਿਰ ਸਕਦੇ ਆ। ਗਿਰੇ ਹੋਏ ਲੋਕ ਨੇ ਇਹ ਜਿਹੜੇ ਨਹੀਂ ਇਸ ਵੇਲੇ ਇਸ ਅੰਦੋਲਨ ਦੇ ਨਾਲ ਜੁੜਦੇ। ਸੋ ਮੈਂ ਇਹ ਬਾਰ-ਬਾਰ ਕਹਾਂਗਾ ਕਿ ਇਹਨਾਂ ਨੂੰ ਆਪਣੀਆਂ ਰੈਲੀਆਂ ਤੁਰੰਤ ਬੰਦ ਕਰਨੀਆਂ ਚਾਹੀਦੀਆਂ। ਔਰ ਜਿੰਨਾ ਚਿਰ ਅੰਦੋਲਨ ਦੀ ਜਿੱਤ ਨਹੀਂ ਹੁੰਦੀ, ਮੈਂ ਤਾਂ ਇਹ ਵੀ ਚਾਹੁੰਦਾ ਸੀ ਕਿ ਜਿੰਨੀਆਂ ਰਾਜਨੀਤਿਕ ਪਾਰਟੀਆਂ ਪੰਜਾਬ ਦੀਆਂ ਉਹ ਇਕੱਠੀਆਂ ਹੋ ਕੇ ਬਿਆਨ ਕਰ ਦੇਣ ਕਿ ਅਸੀਂ ਬਿਲਕੁਲ ਉਹਨਾਂ ਚਿਰ ਇਲੈਕਸ਼ਨਾਂ ਨਹੀਂ ਲੜਾਂਗੇ ਜਿੰਨਾ ਚਿਰ ਅੰਦੋਲਨ ਦੀ ਜਿੱਤ ਨਹੀਂ ਹੁੰਦੀ। ਪਰ ਉਹ ਤਾਂ ਪੱਬਾਂ ਭਾਰ ਨੇ ਰਾਏ ਸਾਹਿਬ। ਉਹ ਤਾਂ ਕਹਿੰਦੇ ਨੇ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਤਾਂ ਇਹ ਵੀ ਕਹਿਤਾ ਸੀ ਕਿ ਅੱਜ ਮੇਰਾ ਵਿਰੋਧ ਕਰਦੇ ਹੋ, ਜੇ ਕਿਤੇ ਮੈਂ ਆਪਣੇ ਵਰਕਰਾਂ ਨੂੰ ਕਹਿ ਦਿਆਂ ਨਾ ਕਿ ਤੁਸੀਂ ਇਹਨਾਂ ਨੂੰ ਖੰਘਣ ਨਹੀਂ ਦੇਣਾ ਤੇ ਕਹਿੰਦੇ ਮਾਹੌਲ ਕੁਝ ਹੋਰ ਹੀ ਬਣ ਜਾਣਾ, ਫਿਰ ਵਿਰੋਧ ਕਿਹਦਾ ਕਰੋਗੇ? ਤਾਂ ਤੱਤੇ ਹੋਏ ਫਿਰਦੇ ਨੇ, ਤੁਸੀਂ ਕਹਿੰਦੇ ਹੋ ਇਲੈਕਸ਼ਨ ਹੀ ਨਾ ਕਰਾਓ। ਇਹ ਬਦਲ ਗਿਆ ਨਾ ਬਿਆਨ ਜਦੋਂ ਸੰਯੁਕਤ ਮੋਰਚੇ ਨੇ ਚੈਲੰਜ ਕੀਤਾ ਉਹਨੂੰ ਕਿ ਸੁਖਬੀਰ ਬਾਦਲ ਜੀ ਇਹ ਆਪਣਾ ਬਿਆਨ ਸਾਂਭ ਕੇ ਦਿਓ, ਸੋਚ ਸਮਝ ਕੇ ਦਿਓ। ਜੇ ਅਸੀਂ ਇਸ਼ਾਰਾ ਕਰਤਾ ਤਾਂ ਤੁਹਾਡਾ ਪਿੰਡਾਂ 'ਚ ਬਣਨਾ ਬੰਦ ਹੋ ਜੂ। ਤਾਂ ਫਿਰ ਬਦਲ ਗਿਆ ਨਾ ਬਿਆਨ, ਝੱਟ ਬਦਲ ਜਾਂਦੇ ਨੇ ਪੋਲੀਟੀਕਲ ਲੋਕ। ਫਿਰ ਕਹਿੰਦੇ ਜੀ ਇਹ ਤਾਂ ਮੈਂ ਕਾਂਗਰਸੀਆਂ ਨੂੰ ਤਾਂ ਆਮ ਆਦਮੀ ਵਾਲਿਆਂ ਨੂੰ ਕਿਹਾ ਸੀ, ਮੈਂ ਤਾਂ ਕਿਸਾਨਾਂ ਨੂੰ ਕਿਹਾ ਹੀ ਨਹੀਂ। ਪਰ ਇਹ ਜਦੋਂ ਬਿਆਨ ਦੇਣ ਲੱਗਦੇ ਨੇ ਉਸ ਵੇਲੇ ਸੋਚ ਵਿਚਾਰ ਕੇ ਦੇਣ। ਉਹ ਕਿਸਾਨ ਜਿਹੜਾ ਕਿਸਾਨ ਦੇਖੋ ਜਦੋਂ ਅੰਦੋਲਨ ਖੜਾ ਹੋਇਆ ਉਸ ਤੋਂ ਪਹਿਲਾਂ ਸਾਰੇ ਹੀ ਲੋਕ ਰਾਜਨੀਤਿਕ ਸਨ। ਕੋਈ ਅਕਾਲੀ ਦਲ 'ਚ ਸੀ, ਕੋਈ ਕਾਂਗਰਸ 'ਚ ਸੀ, ਕੋਈ ਆਮ ਆਦਮੀ 'ਚ ਸੀ। ਪਰ ਅੱਜ ਦਾ ਕਿਸਾਨ ਹੈ ਨਾ, ਕਿਸਾਨੀ ਹੱਕ ਦੀ ਲੜਾਈ ਨੂੰ ਆਏ ਤੇ ਭਾਈ ਤੁਸੀਂ ਵੀ ਕਿਸਾਨ ਬਣ ਜਾਓ। ਇਹ ਸੱਤਾ ਦਾ ਮੋਹ ਤਿਆਗ ਦਿਓ, ਤਿਆਗ ਕੇ ਕਿਸਾਨਾਂ ਦੇ ਨਾਲ ਖੜ ਜਾਓ ਇਸ ਅੰਦੋਲਨ। ਸੋਸ਼ਲ ਮੀਡੀਆ ਤੇ ਆਪਣੇ ਫੇਸਬੁੱਕ ਪੇਜ ਤੇ ਬਣਦੇ ਨੇ ਕਿਸਾਨ ਰਾਏ ਸਾਹਿਬ, ਧਿਆਨ ਨਾਲ ਦੇਖਿਆ ਕਰੋ, ਫੇਸਬੁੱਕ ਤੇ ਬਹੁਤ ਕੁਝ ਲਿਖਦੇ ਨੇ ਉਹ। ਅਸੀਂ ਉਹਨਾਂ ਨੂੰ ਉਦਣ ਕਿਸਾਨ ਮੰਨਾਂਗੇ ਜਿੱਦਣ ਕਿਸਾਨਾਂ ਦੇ ਹੱਕ 'ਚ ਹਾਂ ਦਾ ਨਾਰਾ ਮਾਰ ਕੇ ਕਹਿਣਗੇ ਸਾਰੇ ਇਕੱਠੇ ਹੋ ਕੇ ਇਕਮੁੱਠ ਭਈ ਅਸੀਂ ਜਿੰਨਾ ਚਿਰ ਅੰਦੋਲਨ ਚੱਲਦਾ ਬਿਲਕੁਲ ਸੱਤਾ 'ਚ ਨਹੀਂ ਜਾਵਾਂਗੇ। ਠੀਕ ਹੈ, ਆਖਰੀ ਸਵਾਲ ਕਿ ਯੂਪੀ ਮਿਸ਼ਨ ਸ਼ੁਰੂ ਹੋ ਗਿਆ, ਪੰਜਾਬ ਮਿਸ਼ਨ ਬਾਰੇ ਇੱਕ ਮੋਰਚਾ ਸੋਚ ਰਿਹਾ ਕਿਉਂਕਿ 2022 ਦੇ ਵਿੱਚ ਪੰਜਾਬ ਦੇ ਇਲੈਕਸ਼ਨ ਵੀ ਹੈ, ਕੋਈ ਪੰਜਾਬ ਮਿਸ਼ਨ ਵੀ ਸ਼ੁਰੂ ਕਰ ਰਿਹਾ ਮੋਰਚਾ? ਵੇਖੋ ਅਜੇ ਸਮਾਂ ਆਉਣ ਦਿਓ, ਸਮਾਂ ਬਲਵਾਨ। ਮੈਂ ਬਹੁਤ ਵਾਰ ਕਿਹਾ ਕਿ ਸਮਾਂ ਜਿਹੜਾ ਉਹ ਤੈਅ ਕਰਿਆ ਕਰਦਾ ਤੇ ਸਮੇਂ ਨੇ ਤੈਅ ਕਰਨਾ। ਹਜੇ 2022 ਚ ਇਲੈਕਸ਼ਨ ਆ, ਹਜੇ ਤਾਂ 21 ਚੱਲ ਰਿਹਾ, ਇਹਨੂੰ ਹਜੇ 21 ਨੂੰ ਪੂਰਾ ਹੋਣ ਦਿਓ। ਆਉਣ ਵਾਲੇ ਸਮੀਕਰਨ ਸਮਾਂ ਜਿਹੜਾ ਸੰਭਾਵਨਾ ਹੈ ਨਹੀਂ। ਦੇਖੋ ਸੰਭਾਵਨਾ ਮੈਂ ਨਹੀਂ ਕਹਿ ਸਕਦਾ, ਮੈਂ ਤਾਂ ਪਹਿਲਾਂ ਕਿਹਾ ਕਿ ਵਕਤ ਬਲਵਾਨ ਹੈ, ਵਕਤ ਫੈਸਲੇ ਕਰਦਾ। ਜੋ ਵਕਤ ਫੈਸਲਾ ਕਰੂਗਾ ਉਹਦੇ ਨਾਲ ਸੰਯੁਕਤ ਮੋਰਚਾ ਰਲ ਕੇ ਚੱਲੇਗਾ। ਬਹੁਤ ਧੰਨਵਾਦ। ਤਾਂ ਦੋਨੋਂ ਵੱਡੇ ਲੀਡਰ ਹਰਮੀਤ ਸਿੰਘ ਕਾਦੀਆਂ ਔਰ ਰਾਏ ਸਾਹਿਬ ਜਿਨ੍ਹਾਂ ਨੇ ਸਿੱਧੇ ਤੌਰ ਤੇ ਕਿਹਾ ਕਿ ਪੋਲੀਟੀਕਲ ਪਾਰਟੀਆਂ ਜੋ ਪੰਜਾਬ ਦੀਆਂ ਨੇ ਇਹ ਗੱਲਾਂ ਦੇ ਵਿੱਚ ਕਿਸਾਨ ਨਾ ਬਣਨ, ਅਸਲ ਦੇ ਵਿੱਚ ਕਿਸਾਨ ਬਣਨ। ਜੇਕਰ ਕਿਸਾਨੀ ਦਾ ਦਰਦ ਮਹਿਸੂਸਦੇ ਨੇ, ਜੇਕਰ ਉਹਨਾਂ ਨੂੰ ਲੱਗਦਾ ਹੈ ਕਿ ਅਸੀਂ ਸੱਚਮੁੱਚ ਕਿਸਾਨਾਂ ਦੇ ਹੱਕ ਦੇ ਵਿੱਚ ਆ, ਤਾਂ ਉਹ ਐਲਾਨ ਕਰਨ ਕਿ ਅਸੀਂ 2022 ਤੱਕ ਕੋਈ ਇਲੈਕਸ਼ਨ ਨਹੀਂ ਕਰਵਾਉਣੇ, ਪਹਿਲਾਂ ਕੇਂਦਰ ਸਰਕਾਰ ਉਹ ਤਿੰਨੇ ਕਾਨੂੰਨ ਰੱਦ ਕਰੇ। ਪਰ ਸੰਭਾਵਨਾ ਘੱਟ ਹੈ, ਪਰ ਕਿਸਾਨ ਆਗੂ ਸਮਝਦੇ ਨੇ ਕਿ ਕਿਸਾਨ ਹਿਤੈਸ਼ੀਓ ਤਾਂ ਤੁਹਾਨੂੰ ਇਸੇ ਤਰ੍ਹਾਂ ਦੇ ਨਾਲ ਹੀ ਕਰਨਾ ਪਊਗਾ। ਆਪਣੇ ਸਹਿਯੋਗੀ ਪਰਮਿੰਦਰ ਸਿੰਘ ਦੇ ਨਾਲ ਮੈਂ ਰਵੀ ਸੰਗਰਾਹੂਰ ਦਾ ਅਨਮਿਊਟ ਕਰਨਾਲ।